Hello guys, welcome to my channel Trialum Zone of Study. Today we are going to start writing task 2. ਜਿਵੇਂ ਕਿ ਰਾਈਟਿੰਗ ਦੇ ਵਿੱਚ ਆਪਣੇ ਦੋ ਟਾਸਕ ਹੁੰਦੇ ਨੇ, ਟਾਸਕ 1 ਐਂਡ ਟਾਸਕ 2. ਟਾਸਕ 1 ਦਾ ਫਾਰਮੈਟ ਐਂਡ ਕਿਸ ਤਰੀਕੇ ਦੇ ਆਪਣੇ ਸੈਂਟੈਂਸ ਯੂਜ਼ ਹੁੰਦੇ ਨੇ ਮੈਂ ਪਿਛਲੀ ਵੀਡੀਓ 'ਚ ਦੱਸ ਚੁੱਕੀ ਹਾਂ. ਐਂਡ ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਸਦਾ ਲਿੰਕ ਤੁਹਾਨੂੰ ਦੇ ਦੂੰਗੀ ਐਂਡ ਜਾਂ ਫਿਰ ਤੁਸੀਂ ਆਈ ਬਟਨ 'ਤੇ ਕਲਿੱਕ ਕਰ ਸਕਦੇ ਹੋ ਐਂਡ ਉਹ ਵੀਡੀਓ ਦੇਖ ਸਕਦੇ ਹੋ. ਸੋ ਇਸ ਦੇ ਵਿੱਚ ਕੀ ਜਿਵੇਂ ਟਾਸਕ 1 ਦੇ ਵਿੱਚ ਆਪਣੇ ਕਿੰਨੇ ਮਿੰਟਸ ਕੰਜ਼ਿਊਮ ਹੁੰਦੇ ਨੇ 20 ਮਿੰਟਸ ਟੋਟਲ ਆਪਣਾ ਹੁੰਦਾ 1 ਆਰ. ਸੋ ਜਿਹੜੇ ਰਿਮੇਨਿੰਗ ਮਿੰਟ ਰਹਿ ਗਏ ਮੀਨਸ 40 ਮਿੰਟਸ ਉਹ ਆਪਾਂ ਕਿਸ 'ਤੇ ਸਪੈਂਡ ਕਰਨੇ ਨੇ ਰਾਈਟਿੰਗ ਟਾਸਕ 2 ਦੇ ਉੱਪਰ. ਐਂਡ ਇਸ ਤੋਂ ਬਾਅਦ ਆਪਣਾ ਮਿਨੀਮਮ ਵਰਡਸ ਆਪਾਂ ਕਿੰਨੇ ਲਿਖਣੇ 250. ਅਗਰ 250 ਤੋਂ ਘੱਟ ਲਿਖੇ ਜਾਂ ਐਗਜ਼ਾਮੀਨਰ ਨੂੰ ਲੱਗਿਆ ਵੀ ਤੁਸੀਂ 250 ਤੋਂ ਘੱਟ ਵਰਡਸ ਲਿਖੇ ਨੇ ਤਾਂ ਤੁਹਾਡੇ ਬੈਂਡ ਸਕੋਰ ਡਿਡਕਟ ਹੋਣਗੇ. ਤਾਂ ਇਹੀ ਕੋਸ਼ਿਸ਼ ਕਰਿਓ ਜਾਂ 250 ਤੋਂ ਅਬਵ ਮੀਨਸ 270 ਐਂਡ 280 ਵਰਡਸ ਤੁਸੀਂ ਆਪਣੇ ਰਾਈਟਿੰਗ ਟਾਸਕ 2 ਦੇ ਵਿੱਚ ਲਿਖੋ. ਐਂਡ ਟਾਸਕ 1 ਨਾਲੋਂ ਇਹਦੀ ਸਕੋਰਿੰਗ ਡਬਲ ਹੁੰਦੀ ਹੈ ਮੀਨਸ ਟੋਟਲ ਬੈਂਡ ਸਕੋਰ 9 ਦੋਨਾਂ ਦੇ ਹੀ 9 ਹੁੰਦੇ ਨੇ ਬਟ ਜਿਹੜਾ ਟਾਸਕ 2 ਹੈ ਉਹਦੇ 9 ਬੈਂਡਸ 2 ਟਾਈਮਸ ਐਡ ਹੁੰਦੇ ਨੇ. ਮੀਨਸ ਆਪਾਂ ਕਹਿ ਸਕਦੇ ਹਾਂ ਐਵਰੇਜ ਜੋ ਟਾਸਕ 1 ਹੈ ਆਪਣਾ ਉਹ 3 ਬੈਂਡਸ ਐਂਡ ਟਾਸਕ 2 6 ਬੈਂਡਸ. ਸੋ ਐਗਜ਼ਾਮ ਦੇ ਵਿੱਚ ਜਾਂ ਕਦੇ ਵੀ ਤੁਸੀਂ ਉਂਝ ਰਾਈਟਿੰਗ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਕੀ ਕਰਨਾ ਹੁੰਦਾ ਹੈ ਤੁਸੀਂ ਸਟੇਟਮੈਂਟ ਰੀਡ ਕਰਕੇ ਉਸ 'ਤੇ 'ਚ 1-2 ਮਿੰਟ ਸਪੈਂਡ ਕਰ ਦਿਓ ਰੀਡ ਕਰਨ 'ਤੇ ਤਾਂ ਕਿ ਤੁਸੀਂ ਉਹਨੂੰ ਪ੍ਰੋਪਰਲੀ ਸਮਝ ਸਕੋ ਕਿ ਪੁੱਛਿਆ ਕੀ ਹੈ ਅਤੇ ਆਪਾਂ ਲਿਖਣਾ ਕੀ ਹੈ. ਐਂਡ ਉਸ ਤੋਂ ਪਹਿਲਾਂ 5 ਮਿੰਟ ਕਿਸ 'ਤੇ ਸਪੈਂਡ ਕਰੋ ਆਪਣਾ ਆਈਡੀਆ ਕੰਸਟਰਕਟ ਕਰਨ 'ਤੇ ਵੀ ਮੈਂ ਕਿਹੜੇ ਇਹਦੇ ਵਿੱਚ ਆਈਡੀਆਜ਼ ਲਿਖੂੰਗਾ, ਕੀ ਮੇਰੇ ਵਿਊਜ਼ ਹੋਣਗੇ, ਕੀ ਮੇਰੇ ਪੁਆਇੰਟਸ ਹੋਣਗੇ, ਕਿਸ ਫਾਰਮੈਟ ਨਾਲ ਮੈਂ ਲਿਖੂੰ ਤਾਂ ਕਿ ਅੱਗੇ ਜਦੋਂ ਤੁਸੀਂ ਲਿਖੋਗੇ ਆਪਣੀ ਰਾਈਟਿੰਗ ਸ਼ੀਟਸ ਦੇ ਉੱਪਰ ਤਾਂ ਤੁਹਾਨੂੰ ਕੋਈ ਵੀ ਕਨਫਿਊਜ਼ਨ ਨਹੀਂ ਆਊਗੀ ਵੀ ਮੈਂ ਕਿਵੇਂ ਲਿਖਣਾ. ਅਦਰਵਾਈਜ਼ ਨਹੀਂ ਬੱਚੇ ਕੀ ਕਰਦੇ ਨੇ ਲਿਖ ਲਿਆ ਐਂਡ ਆਈਡੀਆ ਚੇਂਜ ਹੋ ਗਿਆ ਵੀ ਨਹੀਂ ਇਸ ਤਰੀਕੇ ਨਾਲ ਅਸੀਂ ਇਰੇਜ਼ ਕਰਤਾ ਫਿਰ ਇਰੇਜ਼ ਕਰਤਾ ਸ਼ੀਟ ਵੀ ਖਰਾਬ ਹੁੰਦੀ ਹੈ ਅਤੇ ਆਪਣਾ ਇੰਪ੍ਰੈਸ਼ਨ ਵੀ ਬੈਡ ਪੈਂਦਾ. ਸੋ ਪਹਿਲਾਂ ਕੀ ਕਰੋ ਆਪਣੇ ਆਈਡੀਆਜ਼ ਨੂੰ ਕੰਸਟਰਕਟ ਕਰ ਲਓ ਇੱਕ ਸਾਈਡ 'ਤੇ ਤੁਸੀਂ ਉਹਨਾਂ ਨੂੰ ਲਿਖ ਲਓ ਫਿਰ ਉਹਨਾਂ ਦੇ ਅਕੋਰਡਿੰਗ ਤੁਸੀਂ ਅੱਗੇ ਆਪਣਾ ਈਜ਼ੀਲੀ ਐਂਡ ਘੱਟ ਟਾਈਮ ਦੇ ਵਿੱਚ ਆਪਣਾ ਰਾਈਟਿੰਗ ਆਨਸਰ ਲਿਖ ਸਕਦੇ ਹੋ. Now let's get to the format of writing task 2. ਤਾਂ ਫਾਰਮੈਟ ਕਿਵੇਂ ਦਾ ਇਸ ਦਾ ਸਭ ਤੋਂ ਪਹਿਲਾਂ ਜਿਵੇਂ ਟਾਸਕ 1 ਦੇ ਵਿੱਚ ਇੰਟਰੋਡਕਸ਼ਨ ਹੁੰਦੀ ਸੀ ਇਹਦੇ ਵਿੱਚ ਵੀ ਆਪਾਂ ਇੰਟਰੋਡਕਸ਼ਨ ਲਿਖਣੀ ਹੈ. ਇੰਟਰੋਡਕਸ਼ਨ ਦੇ ਵਿੱਚ ਕੀ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਰੀਫਰੇਜ਼ਿੰਗ ਐਂਡ ਥੀਸਿਸ ਲਾਈਨ. ਹੁਣ ਇਹ ਚੀਜ਼ ਕੀ ਹੁੰਦੀ ਹੈ ਰੀਫਰੇਜ਼ਿੰਗ ਐਂਡ ਥੀਸਿਸ ਕੀ ਹੁੰਦੀ ਆ ਇਹ ਮੈਂ ਤੁਹਾਨੂੰ ਇੱਕ ਸੈਂਪਲ ਆਨਸਰ ਦਿਖਾਉਂਦੀ ਹਾਂ ਉਸ ਦੇ ਵਿੱਚ ਕਲੀਅਰ ਹੋ ਜਾਊਗਾ. ਆਪਣੀ ਸਟੇਟਮੈਂਟ ਹੈ ਸਮ ਸਾਇੰਟਿਸਟ ਥਿੰਕ ਦੈਟ there are intelligent life forms on other planets and messages should be sent to contact them. Other scientists think that it's a bad idea and would be dangerous. And next, discuss both views and give your opinion. जो अपना स्टेटमेंट ਦਿੱਤੀ ਹੋਈ ਹੈ ਨਾ ਵੀ some scientists think that there are intelligent life forms and so on ਇਹ ਚੀਜ਼ ਕੀ ਹੈ ਇਸ ਸਟੇਟਮੈਂਟ ਨੂੰ ਆਪਾਂ ਇੰਟਰੋ ਦੇ ਵਿੱਚ ਲਿਖਣਾ ਹੈ ਬਟ ਕਿਸ ਤਰੀਕੇ ਨਾਲ ਲਿਖਣਾ ਹੈ ਉਹਦੀ ਵਰਡਿੰਗ ਚੇਂਜ ਕਰਕੇ ਵਰਡਿੰਗ ਇਸ ਤਰੀਕੇ ਨਾਲ ਚੇਂਜ ਕਰਨੀ ਹੈ ਕਿ ਮੀਨਿੰਗ ਆਪਣਾ ਸੇਮ ਰਹਿਣਾ ਚਾਹੀਦਾ ਹੈ. ਜਿਵੇਂ ਕਿ ਇੱਥੇ ਲਿਖਿਆ ਹੋਇਆ ਹੁਣ ਸਮ ਸਾਇੰਟਿਸਟ ਆਰਗਿਊ ਦੈਟ ਦੇਰ ਇਜ਼ ਲਾਈਫ ਔਨ ਅਦਰ ਪਲੈਨਟਸ ਐਂਡ ਇਟਸ ਗੁੱਡ ਟੂ ਸੈਂਡ ਮੈਸੇजेस ਟੂ ਕੰਟੈਕਟ them. While other scientists believe these kinds of activities will be a threat to human existence on Earth. देखो ये proper rephrasing होगी ना मीन्स मीनिंग बिल्कुल नहीं चेंज होया बट सब कुछ सेम रह गया. ठीक है ਆਪਾਂ ਰੀਫਰੇਜ਼ਿੰਗ ਕਰਤੀ वर्ड्स चेंज करते चॉइस ऑफ वर्ड्स ਆਪਾਂ ਹੋਰ ਕਰ ਲਈ ਤਾਂ ਇਸ ਤਰੀਕੇ ਨਾਲ ਆਪਣੀ ਇਹ ਕੀ ਹੋਗੀ ਸਾਰੀ ਰੀਫਰੇਜ਼ਿੰਗ. ਤਾਂ ਆਪਣਾ ਜਿਹੜੀ ਆਪਣੀ ਫਸਟ ਰਿਕੁਆਇਰਮੈਂਟ ਸੀ ਇਸ ਦੇ ਵਿੱਚ ਰੀਫਰੇਜ਼ਿੰਗ ਉਹ ਫੁਲਫਿਲ ਹੋ ਗਈ. ਸੈਕਿੰਡ ਕੀ ਆਪਣੀ ਥੀਸਿਸ ਲਾਈਨ. ਥੀਸਿਸ ਕੀ ਹੁੰਦੀ ਹੈ ਜੋ ਆਪਣੇ ਤੋਂ ਕੁਐਸਚਨ ਪੁੱਛਿਆ ਗਿਆ ਹੁੰਦਾ ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਰ ਓਪੀਨੀਅਨ. ਹੁਣ ਇਸ ਦੇ ਵਿੱਚ 2 ਵਿਊਜ਼ ਨੇ ਕੁਝ ਸਾਇੰਟਿਸਟ ਸੋਚ ਰਹੇ ਨੇ ਵੀ ਹਾਂ ਆਪਾਂ ਨੂੰ ਮੈਸੇजेस ਭੇਜਣੇ ਚਾਹੀਦੇ ਨੇ ਉਹਨਾਂ ਨੂੰ ਕੰਟੈਕਟ ਕਰਨਾ ਚਾਹੀਦਾ ਜਦ ਕਿ ਦੂਸਰੇ ਕੀ ਸੋਚਦੇ ਨੇ ਵੀ ਇਹ ਇੱਕ ਬੁਰਾ ਆਈਡੀਆ. ਇਹ 2 ਆਈਡੀਆਜ਼ ਹੋ ਗਏ ਨਾ ਤਾਂ ਇਹਨਾਂ ਨੂੰ ਕੀ ਕਰਨਾ ਹੈ ਆਪਾਂ ਦੋਹਾਂ ਨੂੰ ਐਕਸਪਲੇਨ ਕਰਨਾ ਹੈ ਤਾਂ ਇਸ ਦੀ ਆਪਾਂ ਕਿਸੇ ਵੀ ਤਰੀਕੇ ਨਾਲ ਥੀਸਿਸ ਲਿਖ ਸਕਦੇ ਹਾਂ. ਠੀਕ ਹੈ ਜਿਵੇਂ ਆਪਣਾ ਓਪੀਨੀਅਨ ਵੀ ਪੁੱਛਿਆ ਅਤੇ ਨਾਲ ਇਨ ਮਾਈ ਓਪੀਨੀਅਨ trying to interact with life forms on other planet may have negative impacts on human life and it is better to avoid it. And ਆਪਾਂ ਨਾਲ thesis ਲਿਖ ਸਕਦੇ ਹਾਂ and I will discuss both
views in upcoming paragraphs। ਜੇ ਤੁਹਾਨੂੰ ਲੱਗਦਾ ਵੀ ਜਿਸ ਇਸ ਤਰ੍ਹਾਂ ਹੈ ਨਾ ਆਪਣੀ ਇੰਟਰੋ ਕੁਝ ਜ਼ਿਆਦਾ ਹੀ ਲੰਬੀ ਹੋ ਗਈ ਤਾਂ ਜਿਹੜਾ ਤੁਹਾਡਾ ਓਪੀਨੀਅਨ ਹੋਊਗਾ ਜਾਂ ਤਾਂ ਤੁਸੀਂ ਕਨਕਲੂਜਨ 'ਚ ਦੱਸ ਦਿਓ ਜਾਂ ਫਿਰ ਇੱਕ ਅਲੱਗ BP ਬਣਾ ਕੇ ਦੱਸ ਸਕਦੇ ਹਾਂ। ਤਾਂ ਫਿਰ ਆਪਾਂ ਸਿੰਪਲੀ ਇੱਥੇ ਤੱਕ ਲਿਖ ਕੇ ਆਪਣੇ ਇੰਟਰੋਡਕਸ਼ਨ ਤਾਂ ਕੀ ਕਰ ਸਕਦੇ ਹਾਂ, ਸਿੰਪਲ ਲਿਖ ਸਕਦੇ ਹਾਂ ਆਈ ਵਿਲ ਡਿਸਕਸ ਬੋਥ ਵਿਊਜ਼ ਇਨ ਅਪਕਮਿੰਗ ਪੈਰਾਗ੍ਰਾਫ ਅਲੋਂਗ ਵਿਦ ਮਾਈ ਓਪੀਨੀਅਨ, ਆਪਣੇ ਓਪੀਨੀਅਨ ਦੇ ਨਾਲ। ਜਸਟ ਇੱਥੇ ਰੀਫਰੇਜ਼ਿੰਗ ਕਰਕੇ ਸਿੱਧਾ ਥੀਸਿਸ ਲਿਖ ਦੇਣੀ ਹੈ। ਸੋ ਇਹ ਹੁੰਦੀ ਹੈ ਆਪਣੀ ਥੀਸਿਸ। ਜੋ ਵੀ ਆਪਣੇ ਤੋਂ ਕੁਐਸਚਨ ਪੁੱਟ ਕੀਤੇ ਗਏ ਹੁਣ ਵੀ ਜਾਂ ਤਾਂ ਬੋਥ ਵਿਊਜ਼ ਡਿਸਕਸ ਕਰੋ, ਆਪਣਾ ਵਿਊ ਦੱਸੋ, ਐਡਵਾਂਟੇਜ ਦੱਸੋ, ਡਿਸਐਡਵਾਂਟੇਜ ਕਿਉਂ ਹੋ ਰਿਹਾ, ਰੀਜ਼ਨ ਕਾਜ਼ਜ਼, ਇਹ ਸਾਰੀਆਂ ਕੀ ਹੁੰਦੀਆਂ ਨੇ ਆਪਣੀ ਥੀਸਿਸ। ਸੋ 2 ਚੀਜ਼ਾਂ ਲਿਖਣੀਆਂ ਮਸਟ ਨੇ, ਆਪਣੀ ਵਾਟ ਰੀਫਰੇਜ਼ਿੰਗ ਐਂਡ ਨੈਕਸਟ ਇਜ਼ ਥੀਸਿਸ। ਹੁਣ ਕਈ ਬੱਚੇ ਜਨਰਲ ਲਾਈਨ ਵੀ ਲਿਖਦੇ ਨੇ, ਮੀਨਸ ਆਪਣੀ ਰੀਫਰੇਜ਼ਿੰਗ ਕਰਨ ਤੋਂ ਪਹਿਲਾਂ ਕੁਝ ਵੀ ਲਿਖ ਸਕਦੇ। ਜਿਵੇਂ ਹੁਣ ਇੱਥੇ ਸਪੇਸ ਬਾਰੇ ਸੀ ਹੈ ਨਾ ਵੀ ਬਾਹਰਲੇ ਅਦਰ ਪਲੈਨਟਸ ਦੀ ਰਿਸਰਚ ਕਰਨੀ, ਤਾਂ ਕੋਈ ਵੀ ਉਹਨਾਂ ਨੂੰ ਐਪਰੋਪਰੀਏਟ ਲਾਈਨ, ਬੇਸਿਕ ਲਾਈਨ ਜੀ ਦਿਖਦੀ ਹੈ ਜਾਂ ਉਹਨਾਂ ਕੋਲ ਨੂੰ ਮਿਲਦੀ ਹੈ ਤਾਂ ਉਹ ਫਸਟ ਲਾਈਨ ਉਹ ਲਿਖ ਦਿੰਦੇ ਨੇ। ਬਟ ਇਹ ਟੋਟਲੀ ਆਪਸ਼ਨਲ ਹੈ, ਤੁਹਾਡੀ ਮਰਜ਼ੀ ਹੈ, ਇਹ ਮਸਟ ਨਹੀਂ ਹੈਗਾ ਵੀ ਤੁਸੀਂ ਲਿਖਣਾ ਹੀ ਹੈ। ਬਟ ਨਿਊ ਫਾਰਮੈਟ ਦੇ ਅਕੋਰਡਿੰਗ ਰੀਫਰੇਜ਼ਿੰਗ ਐਂਡ ਥੀਸਿਸ ਹੀ ਲਿਖਣੀ ਹੈ। ਬਟ ਫਿਰ ਵੀ ਜੇ ਜਨਰਲ ਲਾਈਨ ਲਿਖਣੀ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਲਿਖ ਸਕਦੇ ਹੋ। ਐਂਡ ਸੈਕਿੰਡ ਥਿੰਗ, ਜੋ ਇੰਟਰੋਡਕਸ਼ਨ ਆਪਣੀ 60 ਵਰਡ ਤੋਂ ਐਕਸੀਡ ਨਾ ਕਰਿਓ। ਹੋ ਜਾਂਦੀ ਹੈ ਕਈ ਵਾਰ ਕਈ ਕੇਸਿਸ 'ਚ, ਬਟ ਡੋਂਟ ਵਰੀ, ਬਟ ਆਪਣੇ ਟਰਾਈ ਕਰਿਓ ਕਿ 60 ਵਰਡਸ ਤੋਂ ਜ਼ਿਆਦਾ ਨਾ ਹੋਵੇ। ਨੈਕਸਟ ਟੂ ਦ ਇੰਟਰੋਡਕਸ਼ਨ ਇਜ਼ ਬੋਡੀ ਪੈਰਾਗ੍ਰਾਫ 1। ਸੋ ਬੋਡੀ ਇੰਟਰੋਡਕਸ਼ਨ ਤੋਂ ਬਾਅਦ ਲਿਖਣਾ ਆਪਾਂ ਬੋਡੀ ਪੈਰਾਗ੍ਰਾਫ 1, ਜਿਹਨੂੰ ਆਪਾਂ BP1 ਕਹਿ ਦਿੰਦੇ ਹਾਂ। ਸਭ ਤੋਂ ਪਹਿਲਾਂ ਕੋਸ਼ਿਸ਼ ਕਰਿਓ ਕਿ 90 ਵਰਡਸ ਦਾ ਹੋਵੇ, ਮਿਨੀਮਮ 90 ਵਰਡਸ ਦਾ ਇੱਕ BP ਹੋਣਾ ਚਾਹੀਦਾ। ਇਸ ਤੋਂ ਜ਼ਿਆਦਾ ਬਲਕੀ ਨਾ ਬਣਾਇਓ, ਅਜੀਬ ਲੱਗਦਾ ਐਗਜ਼ਾਮੀਨਰ ਨੂੰ ਵੀ ਐਂਡ ਸਭ ਨੂੰ ਵੀ। ਜਦੋਂ ਆਪਾਂ ਵੱਡੇ ਵੱਡੇ ਪੈਰਾਗ੍ਰਾਫ ਰੀਡਿੰਗ 'ਚ ਵੀ ਪੜ੍ਹਦੇ ਆ ਨਾ, ਥੋੜ੍ਹਾ ਡਿਫੀਕਲਟ ਲੱਗਦਾ, ਤਾਂ ਇਸ ਕਰਕੇ 90 ਵਰਡਸ ਦੀ ਲਿਮਿਟ ਰੱਖਿਓ ਆਪਣੇ ਬੋਡੀ ਪੈਰਾਗ੍ਰਾਫ ਦੀ। ਸੋ ਬੋਡੀ ਪੈਰਾਗ੍ਰਾਫ ਸ਼ੁਰੂ ਕਰਨ ਵੇਲੇ ਆਪਾਂ ਕੀ ਲਿਖਦੇ ਹੁੰਦੇ, ਸਟਾਰਟਿੰਗ ਫਰੇਜ਼ਸ ਲਿਖਦੇ ਹੁੰਦੇ ਕੁਝ ਹੈ ਨਾ, ਜਿਵੇਂ ਕਿ ਟੂ ਬਿਗਿਨ ਵਿਦ, ਟੂ ਕਮੈਂਸ ਵਿਦ, ਟੂ ਇਨੀਸ਼ੀਏਟ ਵਿਦ ਐਂਡ ਸੋ ਔਨ। But it totally optional है, it's totally up to you whether you want to use them or not, or otherwise you can simply start writing according to your thoughts। ਤੁਸੀਂ ਜਿਵੇਂ ਮਰਜ਼ੀ ਸਟਾਰਟ ਕਰ ਸਕਦੇ ਹੋ, ਤੁਹਾਡੇ ਕੋਈ ਬਾਊਂਡੇਸ਼ਨ ਨਹੀਂ ਵੀ ਬਿਗ ਟੂ ਬਿਗਿਨ ਵਿਦ ਲਿਖਣਾ ਹੀ ਹੈ। ਟੂ ਬਿਗਿਨ ਵਿਦ ਦੇयर ਆਰ ਸੋ ਮੈਨੀ ਰੀਜ਼ਨਸ, ਟੂ ਬਿਗਿਨ ਵਿਦ ਦ ਰੀਜ਼ਨ ਬਿਹਾਈਂਡ ਇਟ, ਜ਼ਰੂਰੀ ਨਹੀਂ, ਬਟ ਤੁਹਾਡੇ 'ਤੇ ਹੈ। ਜੇ ਤੁਹਾਨੂੰ ਨਹੀਂ ਇਸ ਤੋਂ ਬਿਨਾਂ ਤੁਸੀਂ ਨਹੀਂ ਸਟਾਰਟ ਕਰ ਪਾਉਂਦੇ ਬੋਡੀ ਪੈਰਾਗ੍ਰਾਫ ਤਾਂ ਤੁਸੀਂ ਲਿਖ ਸਕਦੇ ਹੋ। ਅਦਰਵਾਈਜ਼ ਸਿੰਪਲ ਦੇਅਰ ਤੋਂ ਸਟਾਰਟ ਕਰ ਸਕਦੇ ਹੋ, ਦੇਅਰ ਆਰ ਸੋ ਮੈਨੀ ਰੀਜ਼ਨਸ, ਹੈ ਨਾ, ਇਸ ਤਰੀਕੇ ਨਾਲ। ਸੋ ਇਹਨੂੰ ਕੰਪਲਸਰੀ ਨਾ ਮੰਨ ਕੇ ਚੱਲਿਆ ਕਰੋ ਵੀ ਇਹ ਲਿਖਣਾ ਹੀ ਹੈ। ਇਸ ਤੋਂ ਬਾਅਦ ਨੈਕਸਟ ਹੁਣ ਆਪਾਂ ਬੋਡੀ ਪੈਰਾਗ੍ਰਾਫ ਅਰੇਂਜ ਕਿਵੇਂ ਕਰਨਾ ਹੈ। ਕਈ ਵਾਰ ਕੋਈ ਲਾਈਨ ਕਿੱਥੇ ਲਿਖ ਦਿੰਦੇ ਨੇ, ਕੋਈ ਲਾਈਨ ਕਿੱਥੇ, ਆਪਣੇ ਇੰਨੇ ਜ਼ਿਆਦਾ ਪੁਆਇੰਟਸ ਹੋ ਜਾਂਦੇ ਨੇ ਆਪਾਂ ਉਹਨਾਂ ਨੂੰ ਅਰੇਂਜ ਹੀ ਨਹੀਂ ਕਰ ਸਕਦੇ। ਤਾਂ ਕਈ ਵਾਰ ਬੱਚੇ ਕਹਿੰਦੇ ਨੇ ਨਾ ਵੀ ਆਈਡੀਆਜ਼ ਵੀ ਘੱਟ ਪੈ ਗਏ। ਠੀਕ ਹੈ, ਆਈਡੀਆਜ਼ ਜੇ ਇੱਕ ਆਈਡੀਆ ਵੀ ਹੋਊਗਾ ਨਾ ਤਾਂ ਆਪਣਾ ਪ੍ਰੋਪਰਲੀ ਐਂਡ ਇਫੈਕਟਿਵਲੀ ਇੱਕ ਬੋਡੀ ਪੈਰਾਗ੍ਰਾਫ ਆਰਾਮ ਨਾਲ ਬਣ ਜਾਊਗਾ। ਜਿਵੇਂ ਕਿ ਦੇਖੋ ਇੱਕ ਆਈਡੀਆ ਆਪਣੇ ਕੋਲ ਸਿਰਫ, ਤਾਂ ਆਪਾਂ ਜਦੋਂ ਰਾਈਟਿੰਗ ਸਟਾਰਟ ਕਰਾਂਗੇ, ਜੇ ਤੁਸੀਂ ਟੂ ਬਿਗਿਨ ਵਿਦ ਤੋਂ ਕਰਨੇ, ਜਿਵੇਂ ਜਿਸ ਲਾਈਨ ਤੋਂ ਸਟਾਰਟ ਕਰਨੀ ਉਵੇਂ ਕਰਕੇ ਤਾਂ ਉਸ ਪੁਆਇੰਟ ਨੂੰ ਮੈਂਸ਼ਨ ਕਰ ਦਿਓ। ਰਾਈਟ ਦ ਪੁਆਇੰਟ ਦੈਟ ਯੂ ਵਾਂਟ ਟੂ ਡਿਸਕ੍ਰਾਈਬ, ਪਹਿਲਾਂ ਉਹ ਪੁਆਇੰਟ ਮੈਂਸ਼ਨ ਕਰ ਦਿਓ। ਆਪਣੇ ਕੋਲ ਕੀ ਹੋ ਗਿਆ ਹੁਣ ਪੁਆਇੰਟ ਜਸਟ ਉਹਦੀ ਟਰਮ ਮੈਂਸ਼ਨ ਕਰਨੀ ਹੈ। ਉਸ ਤੋਂ ਬਾਅਦ ਫੁੱਲ ਸਟਾਪ ਤੋਂ ਬਾਅਦ ਉਹਦੀ ਐਕਸਪਲੇਨੇਸ਼ਨ ਸਟਾਰਟ ਕਰ ਦਿਓ ਵੀ ਉਹ ਪੁਆਇੰਟ ਅਸਲ 'ਚ ਕਿਵੇਂ ਇਫੈਕਟ ਕਰੂਗਾ ਜੋ ਤੁਹਾਡਾ ਆਨਸਰ ਲਿਖਣਾ ਹੈ। ਵੀ ਜੋ ਵੀ ਤੁਹਾਡੇ ਕੋਲ ਸਟੇਟਮੈਂਟ ਪੁੱਛੀ ਗਈ ਹੈ ਨਾ, ਜੇ ਉਹਦਾ ਰੀਜ਼ਨ ਹੈ ਉਹ ਪੁਆਇੰਟ, ਤਾਂ ਉਹ ਕਿਉਂ ਹੈ ਰੀਜ਼ਨ, ਉਹਨੂੰ ਐਕਸਪਲੇਨ ਕਰੋਗੇ। ਐਕਸਪਲੇਨ ਆਪਣਾ ਕਾਫੀ ਹੋ ਜੂ 5 to 6 ਲਾਈਨਸ ਦੇ ਵਿੱਚ। ਐਕਸਪਲੇਨੇਸ਼ਨ ਹੋ ਗਈ। ਉਸਨੂੰ ਐਕਸਪਲੇਨ ਕਰਨ ਲਈ ਕੋਈ ਵੀ ਇੱਕ ਰੈਲੀਵੈਂਟ ਐਗਜ਼ਾਮਪਲ ਲੈ ਲਓ। ਜ਼ਰੂਰੀ ਨਹੀਂ ਵੀ ਕੋਈ ਵੀ ਆਪਾਂ ਵਰਲਡ ਲੈਵਲ 'ਤੇ ਜਾਂ ਫਿਰ ਸਿੰਪਲੀ ਸਰਵੇ ਦੱਸ ਸਕਦੇ ਹੋ। ਸਭ ਤੋਂ ਈਜ਼ੀ ਮੈਥਡ ਹੈ ਸਰਵੇ। ਕੋਈ ਨਹੀਂ ਚੈੱਕ ਕਰਦਾ ਵੀ ਕਦੋਂ ਕਿਹੜਾ ਸਰਵੇ ਹੋਇਆ, ਤਾਂ ਹਰ ਇੱਕ ਦੇ ਵਿੱਚ ਕੋਈ ਸਰਵੇ ਬੋਲ ਸਕਦੇ ਹੋ ਵੀ ਇੱਕ ਸਰਵੇ ਹੋਇਆ ਜਿਸ 'ਚ ਦੇਖਿਆ ਗਿਆ ਵੀ ਇੰਨੇ % ਲੋਕ ਹੁਣ ਕਿਸ ਚੀਜ਼ ਵੱਲ ਮੂਵ ਕਰ ਰਹੇ ਨੇ। ਕੋਈ ਵੀ ਸਰਵੇ ਐਡ ਕਰ ਸਕਦੇ। ਮੀਨਸ ਨੈਕਸਟ ਹੋ ਗਿਆ ਆਪਣਾ ਐਗਜ਼ਾਮਪਲ। ਐਗਜ਼ਾਮਪਲ ਤੋਂ ਬਾਅਦ ਲਾਸਟ ਜੋ ਪੁਆਇੰਟ ਹੈ ਉਹਨੂੰ ਐਕਸਪਲੇਨ ਕਰਤਾ, ਐਗਜ਼ਾਮਪਲ ਦੇਤੀ, ਤਾਂ ਉਸਦਾ ਕੀ ਲਿਖ ਦਿਓ ਲਾਸਟ 'ਤੇ ਰਿਜ਼ਲਟ, ਕੀ ਉਹਦੇ ਇਫੈਕਟ ਸੀ, ਕੀ ਰਿਜ਼ਲਟ। ਸੋ ਆਪਣੇ ਕੋਲ 4 ਚੀਜ਼ਾਂ ਹੋ ਗਈਆਂ ਇੱਕ ਬੋਡੀ ਪੈਰਾਗ੍ਰਾਫ ਦੇ ਵਿੱਚ, ਪੁਆਇੰਟ, ਐਕਸਪਲੇਨੇਸ਼ਨ, ਐਗਜ਼ਾਮਪਲ ਐਂਡ ਰਿਜ਼ਲਟ। ਮੀਨਸ ਕਿਹੜਾ ਮੈਥਡ, PEER।
ओके ये तुसी चाहे 1 BP बनाओ, 1 BP ਤਾਂ ਵੈਸੇ बनना ही नहीं, 2 BP 3 BP 4 BP जिन्ने भी तुसी BP ਬਣਾਓਗੇ ਨਾ ਉਹਨਾਂ ਦੇ ਵਿੱਚ ਜੇ ਤੁਸੀਂ ਇਹ ਫੋਲੋ ਕਰੋਗੇ ਤੁਹਾਡਾ ਈਜ਼ੀਲੀ ਤੁਸੀਂ ਆਪਣਾ ਆਨਸਰ ਨੂੰ ਬਣਾ ਸਕਦੇ ਹੋ, ਉਹ ਵੀ ਪੂਰਾ ਇਫੈਕਟਿਵ। ਐਂਡ ਨੈਕਸਟ ਹੈ ਹੁਣ ਆਪਣਾ ਬੋਡੀ ਪੈਰਾਗ੍ਰਾਫ 2। ਸੋ ਬੋਡੀ ਪੈਰਾਗ੍ਰਾਫ 2 जो अपने स्टेटमेंट अकॉर्डिंग अपने तो 2 व्यूज़ पूछे गए ने, अपने को एडवांटेजेस एंड डिसएडवांटेजेस पूछे गए ने, तो ਉਹਦੇ ਅਕॉर्डिंग ਆਪਾਂ ਇੱਥੇ ਲਗਾ ਦਾਂਗੇ ਕਨੈਕਟਰ ਕੋਈ ਵੀ। ਠੀਕ ਹੈ, ਜਿਸ ਤਰੀਕੇ ਨਾਲ ਅਗਰ ਆਪਾਂ ਤੋਂ ਜਿਵੇਂ ਮੈਂ ਤੁਹਾਨੂੰ ਸੈਂਪਲ ਆਨਸਰ ਦੇ ਵਿੱਚ ਦਿਖਾਇਆ ਸੀ 2 ਵਿਊਜ਼ ਨੇ ਨਾ, ਤਾਂ ਫਸਟ ਵਿਊ ਸੈਕੰਡ ਵਿਊ ਦੇ ਟੋਟਲੀ ਓਪੋਜ਼ਿਟ ਹੈ, ਤਾਂ ਆਪਾਂ ਇਹੋ ਜਿਹੇ ਓਪੋਜ਼ਿਟ ਵਿਊ ਵਾਲੇ ਓਪੋਜ਼ਿਟ ਵਿਊ ਨੂੰ ਐਕਸਪ੍ਰੈਸ ਕਰਨ ਲਈ ਆਪਾਂ ਕਿਹੜਾ ਵਰਡ ਸਟਾਰਟਿੰਗ ਦੇ ਵਿੱਚ ਇਨਸਰਟ ਕਰ ਸਕਦੇ ਹਾਂ ਬੋਡੀ ਪੈਰਾਗ੍ਰਾਫ 2 ਦੇ ਵਿੱਚ, on the other hand or on the flip side, despite this, in spite this, however, nonetheless, nevertheless means ਇਸ ਤਰੀਕੇ ਦੇ words ਤੁਸੀਂ ਜਦ BP2 ਸ਼ੁਰੂ ਕਰੋਗੇ ਇਹੋ ਜਿਹੇ word ਤੁਸੀਂ ਲਿਖ ਸਕਦੇ ਹੋ। ਠੀਕ ਹੈ, ਐਂਡ ਜੇ ਤੁਸੀਂ ਸੇਮ ਆਈਡੀਆ ਹੀ ਕੰਟੀਨਿਊ ਕਰ ਰਹੇ ਹੋ ਮੀਨਸ ਇੱਕ ਹੀ ਸਟੇਟਮੈਂਟ ਹੈ, ਇੱਕ ਹੀ ਮੀਨਸ ਉਹਦੇ ਕੋਈ ਓਪੋਜ਼ਿਟ ਵਿਊ ਨਹੀਂ ਦੇ ਰਹੇ ਤੁਸੀਂ ਉਹਦੇ ਫੇਵਰ 'ਚੋਂ, ਤਾਂ ਇੱਕੋ ਹੀ ਵਿਊ ਦੇ ਰਹੇ ਹੋ ਜੇ, ਤਾਂ ਆਪਣਾ ਕਿਵੇਂ ਦੇ ਕਨੈਕਟਰਸ ਯੂਜ਼ ਕਰ ਸਕਦੇ ਹਾਂ, ਐਡੀਸ਼ਨਲੀ, ਫਰਦਰਮੋਰ, ਮੋਰਓਵਰ, ਸਿਮਿਲਰਲੀ, ਬਿਸਾਈਡਸ ਦਿਸ, ਇਨ ਐਡੀਸ਼ਨ, ਇਸ ਤਰੀਕੇ ਦੇ ਹੋਰ ਵੀ ਬਹੁਤ ਹੁੰਦੇ ਨੇ, ਤਾਂ ਤੁਸੀਂ ਇਹ ਆਪਣੇ BP2 ਦੇ ਵਿੱਚ ਐਡ ਕਰ ਸਕਦੇ ਹੋ। ਜ਼ਰੂਰੀ ਨਹੀਂ BP2 ਦੇ ਵਿੱਚ ਹੀ ਕਰਨਾ, ਜੇ ਅਗਰ ਫਸਟ BP ਦੇ ਵਿੱਚ ਹੀ ਤੁਸੀਂ ਸੇਮ ਇੱਕ ਹੋਰ ਆਈਡੀਆ ਐਕਸਪ੍ਰੈਸ ਕਰ ਰਹੇ ਹੋ ਤਾਂ ਇਹ ਤੁਸੀਂ ਕਨੈਕਟਰਸ ਯੂਜ਼ ਕਰ ਸਕਦੇ ਹੋ। ਐਂਡ ਬਾਕੀ ਫਾਰਮੈਟ ਕੀ ਹੈ BP2 ਦਾ, ਸੇਮ ਜਿਵੇਂ ਕਿ ਤੁਹਾਨੂੰ ਫਸਟ ਦੇ ਵਿੱਚ ਦੱਸਿਆ, पॉइंट पहला अपना पॉइंट लिखो, देन उसकी एक्सप्लेनेशन, देन एग्जाम्पल, एंड लास्ट इज अपना रिजल्ट। हुण विच कनैक्टर्स वगैरह तो हो गए, हुण जो रिजल्ट लिखना है उदों की किस तरीके नाल उहदी स्टार्टिंग या लाइन की स्टार्टिंग कर सकते हैं, तो आप लिख सकते हैं एज अ कॉन्सीक्वेंस, अनदर कॉन्सीक्वेंटली, रिजल्टेंटली, देयरफॉर, दस, हैंस एंड देयर बाय। सो ਜਦੋਂ ਵੀ ਰਿਜ਼ਲਟ ਦੱਸਣਾ ਤਾਂ ਇਹਨਾਂ ਦੇ ਵਿੱਚ ਤੁਸੀਂ ਇੱਕ ਆਪਣਾ ਕਨੈਕਟਰ ਜਾਂ ਫਿਰ ਵਰਡ ਸਿਲੈਕਟ ਕਰਕੇ ਉੱਥੇ ਇਨਸਰਟ ਕਰ ਸਕਦੇ ਹੋ, ਤਾਂ ਕਿ ਕਲੀਅਰ ਹੋ ਜਾਵੇ ਵੀ ਹਾਂ ਤੁਸੀਂ ਇੱਕ ਰਿਜ਼ਲਟ ਦੱਸਣ ਜਾ ਰਹੇ ਹੋ, ਪ੍ਰੋਪਰ ਕਨਕਲੂਜਨ ਕੱਢ ਰਹੇ ਹੋ ਕਿਸੇ ਚੀਜ਼ ਦਾ। ਨਾਓ ਦ ਲਾਸਟ ਪਾਰਟ ਇਜ਼ ਕਨਕਲੂਜਨ ਵਿਚ ਇਜ਼ ਮੋਸਟ ਇੰਪੋਰਟੈਂਟ, ਐਂਡ ਜੇ ਤੁਸੀਂ ਇੰਟਰੋ ਤੇ ਕਨਕਲੂਜਨ ਹੀ ਮਿਸ ਕਰਤਾ ਤੁਹਾਡੇ ਬੈਂਡ ਸਕੋਰ ਡਿਡਕਟ, ਤਾਂ ਇੰਟਰੋ ਕਨਕਲੂਜਨ ਆਪਾਂ ਐਡ ਕਰਨਾ ਹੀ ਹੈ। ਕਈ ਬੱਚੇ ਕਨਕਲੂਜਨ ਨਹੀਂ ਲਿਖਦੇ ਹੈਗੇ, ਤਾਂ ਆਪਾਂ ਨੇ ਕਨਕਲੂਜਨ ਲਿਖਣਾ ਐਂਡ ਉਹ ਵੀ ਪੂਰਾ ਇਫੈਕਟਿਵ ਲਿਖਣਾ। ਠੀਕ ਹੈ, ਤਾਂ ਫਿਰ ਕਨਕਲੂਜਨ ਸਟਾਰਟ ਕਰਨ ਦੇ ਵਿੱਚ ਕਿਵੇਂ ਦੇ ਵਰਡ ਯੂਜ਼ ਕਰ ਸਕਦੇ ਹਾਂ, ਜਿਵੇਂ ਇਨ ਕਨਕਲੂਜਨ, ਟੂ ਕਨਕਲੂਡ, ਇਨ ਅ ਨਟਸ਼ੈਲ, ਇਨ ਬਰੀਫ, ਐਵੇਂ ਦੀ ਉਸਦੀ ਸਟਾਰਟਿੰਗ ਕਰਕੇ ਐਂਡ ਦੈਨ ਲਾਸਟ ਫਿਰ ਆਪਾਂ ਲਾਈਨ ਲਿਖ ਸਕਦੇ ਹਾਂ, ਆਈ ਪਰਸਨਲੀ ਰੀਟਰੇਟ ਦੈਟ although it has so many disadvantages to explore the other planets, but government should focus on the poor people, ठीक है, before doing anything else। इस तरीके नाल तुसी बना सकते हो भी दोनों पॉइंट्स कवर हो जाना। आई पर्सनली रीटरेट दैट लिख के ऑल्दो वाला मेनली ऑल्दो वाला सेंटेंस बहुत इफेक्टिव रहता है, ऑल्दो एंड बट, या फिर आप येट लिख देने होंगे। ठीक है, इस तरीके नाल तुसी अपनी एसे या फिर आप टास्क 2 कहने ओदी एंडिंग कर सकते हो। आई होप कि टास्क 2 क्लीयरली ਇਹਦਾ फॉर्मेट चंगी तरह समझ आ गया होगा, एंड इस दे विच किस तरीके दे सेंटेंस यूज होणगे ਉਹ ਤੁਹਾਨੂੰ अगले वीडियो दे विच दस्सिया जाऊगा। थैंक्स फॉर वॉचिंग माई वीडियो।